ਅੱਜ ਆਪਾਂ ਗੱਲ ਕਰਾਂਗੇ ਮੁਗਲ ਸਾਮਰਾਜ ਦੀ ਇੱਕ ਐਸੀ ਕਹਾਣੀ ਜਿੱਥੇ ਦੋ ਵੱਖ-ਵੱਖ ਦੁਨੀਆਵਾਂ ਨੇ ਮਿਲ ਕੇ ਇੱਕ ਨਵੀਂ ਸ਼ਾਨਦਾਰ ਵਿਰਾਸਤ ਨੂੰ ਜਨਮ ਦਿੱਤਾ। ਸੋਚ ਕੇ ਦੇਖੋ, ਮੱਧ ਏਸ਼ੀਆ ਦੇ ਵਿਸ਼ਾਲ ਮੈਦਾਨ, ਉੱਥੋਂ ਤੁਰੇ ਕੁਝ ਲੋਕ ਜਿਨ੍ਹਾਂ ਦੇ ਹੱਥਾਂ 'ਚ ਤਲਵਾਰਾਂ ਸਨ ਤੇ ਅੱਖਾਂ 'ਚ ਸੀ ਫਤਿਹ ਦਾ ਸੁਪਨਾ। ਹਾਂ, ਉਹ ਆਏ ਤਾਂ ਜੇਤੂ ਬਣ ਕੇ ਹੀ ਸਨ। ਪਰ ਕਹਾਣੀ ਸਿਰਫ ਜਿੱਤ ਦੀ ਨਹੀਂ ਸੀ। ਉਹ ਸਿਰਫ ਜਿੱਤਣ ਲਈ ਨਹੀਂ ਆਏ ਸਨ, ਉਹ ਤਾਂ ਇੱਥੇ ਰਹਿ ਗਏ, ਕਾਰੀਗਰ ਬਣ ਕੇ। ਉਹ ਕਾਰੀਗਰ ਜਿਨ੍ਹਾਂ ਨੇ ਅਜਿਹੀਆਂ ਇਮਾਰਤਾਂ ਬਣਾਈਆਂ ਜੋ ਇਤਿਹਾਸ ਦੇ ਪੰਨਿਆਂ ਤੇ ਹਮੇਸ਼ਾ ਲਈ ਅਮਰ ਹੋ ਗਈਆਂ। ਅੱਜ ਦੀ ਸਾਡੀ ਦਾਸਤਾਨ ਇਸੇ ਬਾਰੇ ਹੈ, ਕਿਵੇਂ ਦੋ ਵੱਖ-ਵੱਖ ਸੱਭਿਆਚਾਰਾਂ ਦਾ ਟਕਰਾਅ ਸਿਰਫ ਤਬਾਹੀ ਨਹੀਂ ਲਿਆਇਆ, ਸਗੋਂ ਉਸਨੇ ਇਤਿਹਾਸ ਦੇ ਸਭ ਤੋਂ ਸ਼ਾਨਦਾਰ ਸਾਮਰਾਜਾਂ ਵਿੱਚੋਂ ਇੱਕ ਨੂੰ ਜਨਮ ਦਿੱਤਾ। ਚਲੋ ਫਿਰ ਸ਼ੁਰੂ ਕਰਦੇ ਹਾਂ ਇਸ ਸਫ਼ਰ ਨੂੰ ਬਿਲਕੁਲ ਸ਼ੁਰੂਆਤ ਤੋਂ। ਪਹਿਲਾ ਪੜਾਓ, ਇੱਕ ਨਵੇਂ ਸਾਮਰਾਜ ਦੀ ਆਮਦ। ਦੇਖਦੇ ਹਾਂ ਕਿ ਇਸ ਸਲਤਨਤ ਦੀ ਨੀਂਹ ਕਿਵੇਂ ਰੱਖੀ ਗਈ। ਇਸ ਸਾਰੀ ਕਹਾਣੀ ਦਾ ਮੁੱਢ ਵੱਜਦਾ ਹੈ ਇੱਕ ਸ਼ਖਸ ਤੋਂ, ਜ਼ਹੀਰ-ਉਦ-ਦੀਨ ਮੁਹੰਮਦ ਬਾਬਰ। ਹੁਣ ਦੇਖੋ, ਉਹ ਸਿਰਫ ਤੈਮੂਰ ਤੇ ਚੰਗੇਜ਼ ਖਾਨ ਦਾ ਵੰਸ਼ਜ ਹੀ ਨਹੀਂ ਸੀ, ਉਹ ਤਾਂ ਇੱਕ ਕਵੀ ਵੀ ਸੀ, ਬਾਗਬਾਨੀ ਦਾ ਸ਼ੌਕੀਨ ਵੀ, ਤੇ ਹਾਂ, ਇੱਕ ਬੇਮਿਸਾਲ ਜਰਨੈਲ ਵੀ। ਸਾਲ ਸੀ 1526, ਜਗ੍ਹਾ ਸੀ ਪਾਣੀਪਤ। ਇੱਥੇ ਉਸਨੇ ਆਪਣੀਆਂ ਨਵੀਆਂ ਫੌਜੀ ਤਕਨੀਕਾਂ ਜਿਵੇਂ ਤੋਪਖਾਨੇ ਤੇ ਤੇਜ਼-ਤਰਾਰ ਘੋੜਸਵਾਰਾਂ ਦਾ ਇਸਤੇਮਾਲ ਕਰਕੇ ਦਿੱਲੀ ਸਲਤਨਤ ਦੀ ਕਿਤੇ ਵੱਡੀ ਫੌਜ ਨੂੰ ਮਾਤ ਦਿੱਤੀ ਤੇ ਬਸ ਉੱਤਰੀ ਭਾਰਤ 'ਚ ਮੁਗਲ ਰਾਜ ਦਾ ਝੰਡਾ ਗੱਡ ਦਿੱਤਾ ਗਿਆ। ਤੇ ਬਾਬਰ ਨੇ ਜਿਸ ਸਾਮਰਾਜ ਦੀ ਨੀਂਹ ਰੱਖੀ ਸੀ ਨਾ, ਉਹ ਕੋਈ ਛੋਟਾ-ਮੋਟਾ ਰਾਜ ਨਹੀਂ ਸੀ। ਉਸਨੇ ਅਗਲੇ 300 ਸਾਲਾਂ ਤੋਂ ਵੀ ਵੱਧ ਸਮੇਂ ਤੱਕ ਇਸ ਪੂਰੇ ਉਪ-ਮਹਾਦੀਪ ਤੇ ਹੁਕੂਮਤ ਕਰਨੀ ਸੀ। ਪਰ ਗੱਲ ਸਿਰਫ ਸਿਆਸੀ ਬਦਲਾਅ ਦੀ ਨਹੀਂ ਹੈ, ਅਸਲ ਗੱਲ ਤਾਂ ਇਹ ਹੈ ਕਿ ਇਸ ਦੇ ਨਾਲ ਭਾਰਤ ਵਿੱਚ ਇੱਕ ਬਹੁਤ ਹੀ ਗਹਿਰਾ ਫਾਰਸੀ ਦਰਬਾਰੀ ਸੱਭਿਆਚਾਰ ਆਇਆ, ਇੱਕ ਅਜਿਹਾ ਸੰਗਮ ਜਿਸਨੇ ਇਸ ਧਰਤੀ ਦਾ ਚਿਹਰਾ ਮੋਹਰਾ ਹੀ ਬਦਲ ਕੇ ਰੱਖ ਦਿੱਤਾ। ਠੀਕ ਹੈ, ਸਾਮਰਾਜ ਤਾਂ ਬਣ ਗਿਆ, ਪਰ ਜਿੱਤ ਹਾਸਲ ਕਰਨਾ ਇੱਕ ਗੱਲ ਹੈ ਤੇ ਉਸ ਨੂੰ ਸਾਂਭ ਕੇ ਰੱਖਣਾ, ਮਜ਼ਬੂਤ ਕਰਨਾ ਬਿਲਕੁਲ ਦੂਜੀ। ਤਾਂ ਹੁਣ ਗੱਲ ਕਰਦੇ ਹਾਂ ਅਕਬਰ ਦੀ ਪ੍ਰਸ਼ਾਸਨਿਕ ਮਸ਼ੀਨ ਦੀ। ਦੇਖਦੇ ਹਾਂ ਕਿਵੇਂ ਉਸਨੇ ਸਾਮਰਾਜ ਨੂੰ ਇੱਕ ਠੋਸ ਸ਼ਕਲ ਦਿੱਤੀ। ਦੇਖੋ, ਜੇ ਬਾਬਰ ਨੂੰ ਸਾਮਰਾਜ ਦਾ ਬਾਨੀ ਕਹੀਏ ਤਾਂ ਉਸ ਦਾ ਪੋਤਾ ਅਕਬਰ ਇਸ ਦਾ ਅਸਲੀ ਆਰਕੀਟੈਕਟ ਸੀ, ਅਸਲੀ ਮਹਿਮਾਰ, ਕਿਉਂਕਿ ਅਕਬਰ ਨੇ ਹੀ ਜਿੱਤੇ ਹੋਏ ਇਲਾਕਿਆਂ ਨੂੰ ਸਿਰਫ ਇੱਕ ਢੇਰ ਨਹੀਂ ਰਹਿਣ ਦਿੱਤਾ, ਸਗੋਂ ਉਹਨਾਂ ਨੂੰ ਇੱਕ ਸਹੀ ਕੰਮਕਾਜੀ ਰਾਜ ਵਿੱਚ ਬਦਲਿਆ। ਉਸਨੇ ਇੱਕ ਅਜਿਹਾ ਖਾਸ ਸਿਸਟਮ ਬਣਾਇਆ ਜਿਸ ਨਾਲ ਇੰਨੀ ਵੱਡੀ ਤੇ ਵੱਖ-ਵੱਖ ਤਰ੍ਹਾਂ ਦੀ ਆਬਾਦੀ ਨੂੰ ਇੱਕ ਧਾਗੇ ਵਿੱਚ ਪਰੋਇਆ ਜਾ ਸਕੇ। ਤੇ ਇਸ ਖਾਸ ਸਿਸਟਮ ਦਾ ਨਾਂ ਸੀ ਮਨਸਬਦਾਰੀ ਸਿਸਟਮ। 1571 ਵਿੱਚ ਸ਼ੁਰੂ ਹੋਇਆ ਇਹ ਸਿਸਟਮ ਸੱਚੀ ਅਕਬਰ ਦੀ ਦੂਰ ਦੀ ਸੋਚ ਦਾ ਕਮਾਲ ਸੀ। ਸੋਚੋ, ਇੰਨਾ ਵੱਡਾ ਸਾਮਰਾਜ ਚਲਾਉਣਾ ਕੋਈ ਸੌਖਾ ਕੰਮ ਤਾਂ ਹੈ ਨਹੀਂ ਸੀ। ਇੱਕ ਵਫਾਦਾਰ ਤੇ ਸੰਗਠਿਤ ਅਫਸਰਸ਼ਾਹੀ ਤਾਂ ਚਾਹੀਦੀ ਹੀ ਸੀ। ਤਾਂ ਉਸਨੇ ਕੀ ਕੀਤਾ? ਉਸਨੇ ਫੌਜੀ ਤੇ ਸਿਵਲ ਦੋਵਾਂ ਤਰ੍ਹਾਂ ਦੇ ਅਫਸਰਾਂ ਨੂੰ ਇੱਕ ਰੈਂਕ ਦੇਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਕਹਿੰਦੇ ਸੀ ਮਨਸਬ। ਇਸ ਨਾਲ ਹੋਇਆ ਇਹ ਕਿ ਸਾਰੇ ਅਮੀਰ, ਫੌਜ ਦੇ ਲੋਕ ਤੇ ਬਾਕੀ ਅਧਿਕਾਰੀ ਸਾਰੇ ਇੱਕ ਹੀ ਸੇਵਾ ਦਾ ਹਿੱਸਾ ਬਣ ਗਏ। ਹੁਣ ਇਸ ਸਿਸਟਮ ਦੀ ਖੂਬਸੂਰਤੀ ਪਤਾ ਕੀ ਸੀ? ਇਸ ਦਾ ਡਬਲ ਰੈਂਕਿੰਗ ਸਿਸਟਮ। ਇਸ ਦੇ ਦੋ ਹਿੱਸੇ ਸਨ। ਪਹਿਲਾ ਸੀ ਜ਼ਾਤ। ਇਸ ਤੋਂ ਪਤਾ ਲੱਗਦਾ ਸੀ ਕਿ ਕਿਸੇ ਅਧਿਕਾਰੀ ਦਾ ਨਿੱਜੀ ਰੁਤਬਾ ਕੀ ਹੈ ਤੇ ਉਸ ਦੀ ਤਨਖਾਹ ਕਿੰਨੀ ਹੋਏਗੀ। ਤੇ ਦੂਜਾ ਸੀ ਸਵਾਰ। ਇਹ ਦੱਸਦਾ ਸੀ ਕਿ ਉਸ ਅਧਿਕਾਰੀ ਨੂੰ ਸ਼ਾਹੀ ਫੌਜ ਲਈ ਕਿੰਨੇ ਘੋੜਸਵਾਰ ਹਮੇਸ਼ਾ ਤਿਆਰ ਰੱਖਣੇ ਪੈਣਗੇ। ਮਤਲਬ ਇੱਕੋ ਸਿਸਟਮ ਨਾਲ ਰੁਤਬਾ ਵੀ ਤੈਅ ਹੋ ਗਿਆ ਤੇ ਫੌਜੀ ਜ਼ਿੰਮੇਦਾਰੀ ਵੀ। ਬਹੁਤ ਹੀ ਸਾਫ਼-ਸੁਥਰਾ ਤਰੀਕਾ ਸੀ। ਤੇ ਇਸ ਸਿਸਟਮ ਦੇ ਅੰਦਰ ਵੀ ਇੱਕ ਪੂਰੀ ਹਾਇਰਾਰਕੀ ਸੀ, ਇੱਕ ਤਰਤੀਬ। ਮੋٹے ਤੌਰ ਤੇ ਮਨਸਬਦਾਰ 3 ਤਰ੍ਹਾਂ ਦੇ ਹੁੰਦੇ ਸਨ। ਪਹਿਲੀ ਕਲਾਸ ਦੇ ਉਹ ਜਿਨ੍ਹਾਂ ਦਾ ਸਵਾਰ ਰੈਂਕ ਜ਼ਾਤ ਦੇ ਬਰਾਬਰ ਹੁੰਦਾ ਸੀ, ਦੂਜੀ ਕਲਾਸ ਜਿੱਥੇ ਸਵਾਰ ਰੈਂਕ ਜ਼ਾਤ ਦਾ ਅੱਧਾ ਰਹਿ ਜਾਂਦਾ ਸੀ, ਤੇ ਤੀਜੀ ਕਲਾਸ ਜਿੱਥੇ ਇਹ ਅੱਧੇ ਤੋਂ ਵੀ ਘੱਟ ਹੁੰਦਾ ਸੀ। ਤਾਂ ਵੇਖਿਆ ਕਿੰਨਾ ਸੰਗਠਿਤ ਸਿਸਟਮ ਸੀ। ਹਾਲਾਂਕਿ ਇਹ ਵੀ ਸੱਚ ਹੈ ਕਿ ਇਸੇ ਸਿਸਟਮ ਕਰਕੇ ਸਾਮਰਾਜ ਜਾਗੀਰਾਂ ਤੇ ਬਹੁਤ ਜ਼ਿਆਦਾ ਨਿਰਭਰ ਹੋ ਗਿਆ ਤੇ ਇਹੀ ਗੱਲ ਬਾਅਦ ਵਿੱਚ ਇੱਕ ਵੱਡੀ ਕਮਜ਼ੋਰੀ ਬਣ ਕੇ ਸਾਹਮਣੇ ਆਈ। ਚਲੋ, ਪ੍ਰਸ਼ਾਸਨ ਤੇ ਫੌਜ ਦੀਆਂ ਗੱਲਾਂ ਤਾਂ ਹੋ ਗਈਆਂ, ਪਰ ਕਿਸੇ ਸਾਮਰਾਜ ਦੀ ਅਸਲੀ ਪਹਿਚਾਣ ਸਿਰਫ ਉਸਦੇ ਕਾਨੂੰਨਾਂ ਨਾਲ ਨਹੀਂ ਹੁੰਦੀ, ਸਗੋਂ ਉਸਦੀ ਕਲਾ ਨਾਲ ਹੁੰਦੀ ਹੈ। ਤਾਂ ਆਓ ਹੁਣ ਸਾਮਰਾਜ ਦੀ ਰੂਹ ਵਿੱਚ ਡੁਬਕੀ ਮਾਰੀਏ। ਗੱਲ ਕਰਦੇ ਹਾਂ ਸ਼ਾਹਜਹਾਂ ਦੇ ਸੰਗਮਰਮਰੀ ਸੁਪਨੇ ਦੀ, ਯਾਨੀ ਮੁਗਲ ਭਵਨ ਨਿਰਮਾਣ ਕਲਾ ਦੇ ਸਿਖਰ ਦੀ। ਜਦੋਂ ਵੀ ਮੁਗਲ ਆਰਕੀਟੈਕਚਰ ਦੀ ਗੱਲ ਹੁੰਦੀ ਹੈ, ਇੱਕ ਨਾਂ ਸਭ ਤੋਂ ਉੱਤੇ ਆਉਂਦਾ ਹੈ, ਸ਼ਾਹਜਹਾਂ। ਉਸ ਦਾ ਦੌਰ ਯਾਨੀ 1628 ਤੋਂ 1658 ਤੱਕ ਦਾ ਸਮਾਂ ਸੱਚਮੁੱਚ ਮੁਗਲ ਭਵਨ ਨਿਰਮਾਣ ਕਲਾ ਦਾ ਸੁਨਹਿਰੀ ਯੁੱਗ ਸੀ। ਇਹ ਉਹ ਸਮਾਂ ਸੀ ਜਦੋਂ ਸ਼ਾਨੋ-ਸ਼ੌਕਤ ਦੀ ਕੋਈ ਹੱਦ ਨਹੀਂ ਸੀ ਤੇ ਲੱਗਦਾ ਸੀ ਜਿਵੇਂ ਸਾਮਰਾਜ ਦਾ ਸਾਰਾ ਖਜ਼ਾਨਾ ਸਿਰਫ ਤੇ ਸਿਰਫ ਖੂਬਸੂਰਤ ਇਮਾਰਤਾਂ ਬਣਾਉਣ ਲਈ ਹੀ ਸੀ। ਤੇ ਇਸ ਦੀ ਸਭ ਤੋਂ ਵੱਡੀ, ਸਭ ਤੋਂ ਮਸ਼ਹੂਰ ਮਿਸਾਲ ਬਿਲਕੁਲ ਤਾਜ ਮਹਿਲ। ਆਪਣੀ ਪਿਆਰੀ ਬੇਗਮ ਮੁਮਤਾਜ਼ ਮਹਿਲ ਲਈ ਬਣਵਾਇਆ ਗਿਆ ਇੱਕ ਅਮਰ ਮਕਬਰਾ। ਤਾਂ ਫਿਰ ਇਸ ਸੁਨਹਿਰੀ ਦੌਰ ਦੀਆਂ ਖਾਸੀਅਤਾਂ ਕੀ ਸਨ? ਕੀ ਸੀ ਜੋ ਇਸ ਨੂੰ ਇੰਨਾ ਖਾਸ ਬਣਾਉਂਦਾ ਸੀ?
ਸਭ ਤੋਂ ਪਹਿਲਾਂ ਲਾਲ ਪੱਥਰ ਦੀ ਥਾਂ ਲੈ ਲਈ ਸ਼ਾਨਦਾਰ ਚਿੱਟੇ ਸੰਗਮਰਮਰ ਨੇ। ਫਿਰ ਆਇਆ ਪੀਟਰਾ ਡੂਰਾ ਦਾ ਕਮਾਲ, ਮਤਲਬ ਸੰਗਮਰਮਰ ਵਿੱਚ ਕੀਮਤੀ ਪੱਥਰਾਂ ਦੀ ਬਾਰੀਕ ਜੜਾਈ। ਨਾਲ ਹੀ ਹਰ ਚੀਜ਼ ਵਿੱਚ ਇੱਕ ਸੰਪੂਰਨ ਸਿਮੈਟਰੀ, ਇੱਕ ਜਿਓਮੈਟ੍ਰਿਕ ਬੈਲੈਂਸ ਲੱਭਣ ਦਾ ਜਨੂਨ ਸੀ। ਤੇ ਹਾਂ, ਫਾਰਸੀ ਚਾਰ ਬਾਗ ਯਾਨੀ 4 ਹਿੱਸਿਆਂ ਵਾਲੇ ਬਾਗ ਤਾਂ ਜਿਵੇਂ ਹਰ ਵੱਡੀ ਇਮਾਰਤ ਦਾ ਅਟੁੱਟ ਹਿੱਸਾ ਬਣ ਗਏ। ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਇਹ ਸ਼ਾਹਕਾਰ ਅੱਜ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਦਾ ਹਿੱਸਾ ਨੇ। ਪਰ ਗੱਲ ਸਿਰਫ ਇਮਾਰਤਾਂ ਦੀ ਨਹੀਂ ਹੈ। ਇਹ ਜੋ ਕੁਝ ਵੀ ਹੋ ਰਿਹਾ ਸੀ, ਇਹ ਇੱਕ ਬਹੁਤ ਵੱਡੇ ਸੱਭਿਆਚਾਰਕ ਮਿਲਾਪ ਦਾ ਨਤੀਜਾ ਸੀ। ਇਹ ਇੱਕ ਨਵੀਂ ਪਹਿਚਾਣ ਘੜਨ ਦੀ ਕਹਾਣੀ ਸੀ। ਇਸ ਗੱਲ ਨੂੰ ਇਤਿਹਾਸਕਾਰ ਕੈਥਰੀਨ ਬੀ ਐਸ਼ਰ ਨੇ ਬਹੁਤ ਹੀ ਖੂਬਸੂਰਤ ਸ਼ਬਦਾਂ 'ਚ ਕਿਹਾ ਹੈ। ਉਹ ਕਹਿੰਦੇ ਨੇ ਕਿ ਇਹ ਕਲਾ ਆਪਣੇ ਸੰਕਲਪਿਕ ਢਾਂਚੇ ਵਿੱਚ ਪਛਾਣਨਯੋਗ ਤੌਰ ਤੇ ਫਾਰਸੀ ਸੀ, ਫਿਰ ਵੀ ਆਪਣੇ ਅਮਲ ਵਿੱਚ ਵਿਲੱਖਣ ਤੌਰ ਤੇ ਭਾਰਤੀ ਸੀ। ਇਸ ਦਾ ਮਤਲਬ ਸਾਫ਼ ਹੈ, ਇਹ ਕੋਈ ਨਕਲ ਨਹੀਂ ਸੀ। ਇਹ ਤਾਂ ਦੋ ਸੱਭਿਆਚਾਰਾਂ ਦਾ ਇੱਕ ਬਿਲਕੁਲ ਨਵਾਂ, ਇੱਕ ਰਚਨਾਤਮਕ ਮਿਲਾਪ ਸੀ। ਤਾਂ ਆਖਿਰ ਇਹ ਮਿਲਾਪ ਜ਼ਮੀਨ ਤੇ ਕਿਵੇਂ ਦਿਸਦਾ ਸੀ? ਦੇਖੋ, ਇੱਕ ਪਾਸੇ ਫਾਰਸੀ ਪ੍ਰਭਾਵ ਸੀ ਜਿਸ ਨੇ ਇਵਾਨ ਤੇ ਚਾਰਬਾਗ ਵਰਗੇ ਆਰਕੀਟੈਕਚਰਲ ਆਈਡੀਆ ਦਿੱਤੇ, ਪੇਂਟਿੰਗ ਵਿੱਚ ਬਾਰੀਕੀ ਲਿਆਂਦੀ ਤੇ ਸਾਹਿਤ ਨੂੰ ਗ਼ਜ਼ਲ ਤੇ ਮਸਨਵੀ ਵਰਗੇ ਰੂਪ ਦਿੱਤੇ। ਤੇ ਦੂਜੇ ਪਾਸੇ ਸੀ ਭਾਰਤੀ ਛੋਹ। ਇੱਥੋਂ ਦੇ ਲਾਲ ਪੱਥਰ ਤੇ ਚਿੱਟੇ ਸੰਗਮਰਮਰ ਵਰਗੇ ਮਟੀਰੀਅਲ ਵਰਤੇ ਗਏ। ਪੇਂਟਿੰਗਾਂ ਵਿੱਚ ਇੱਥੋਂ ਦੀ ਕੁਦਰਤ ਤੇ ਚਮਕੀਲੇ ਰੰਗ ਆ ਗਏ ਤੇ ਨਵੀਂ ਉਰਦੂ ਸ਼ਾਇਰੀ ਦੀ ਰੂਹ ਵਿੱਚ ਇੱਥੋਂ ਦੇ ਵਿਸ਼ੇ ਤੇ ਅਹਿਸਾਸ ਖੁੱਲ੍ਹ ਮਿਲ ਗਏ। ਇਸ ਮਿਲਾਪ ਦਾ ਇੱਕ ਜਿਉਂਦਾ ਜਾਗਦਾ ਸਬੂਤ ਮਿਲਦਾ ਹੈ ਸ਼ਾਹੀ ਕਾਰਖਾਨਿਆਂ ਵਿੱਚ, ਜਿਨ੍ਹਾਂ ਨੂੰ ਕਿਤਾਬਖਾਨਾ ਕਹਿੰਦੇ ਸਨ। ਸੋਚੋ, ਉੱਥੇ ਫਾਰਸ ਤੋਂ ਆਏ ਉਸਤਾਦ ਤੇ ਇੱਥੋਂ ਦੇ ਦੇਸੀ ਕਲਾਕਾਰ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਸਨ। ਤੇ ਨਤੀਜਾ ਕੀ ਨਿਕਲਿਆ? ਮਿਨੀਏਚਰ ਪੇਂਟਿੰਗ ਦੀ ਇੱਕ ਬਿਲਕੁਲ ਨਵੀਂ, ਇੱਕ ਹਾਈਬ੍ਰਿਡ ਸ਼ੈਲੀ ਜੋ ਸਿਰਫ ਤੇ ਸਿਰਫ ਮੁਗਲ ਸੀ। ਪਰ ਕਹਿੰਦੇ ਨੇ, ਹਰ ਸਿਖਰ ਤੋਂ ਬਾਅਦ ਢਲਾਣ ਆਉਂਦੀ ਹੈ। ਹਰ ਸੁਨਹਿਰੀ ਦੌਰ ਦਾ ਕਦੇ ਨਾ ਕਦੇ ਅੰਤ ਹੁੰਦਾ ਹੈ। ਤਾਂ ਆਓ ਹੁਣ ਚੱਲਦੇ ਹਾਂ ਇਸ ਕਹਾਣੀ ਦੇ ਆਖਰੀ ਪੜਾਅ ਵੱਲ, ਪਤਨ ਅਤੇ ਸਦੀਵੀ ਵਿਰਾਸਤ। ਸਾਮਰਾਜ ਤਾਂ ਹੌਲੀ-ਹੌਲੀ ਮੱਧਮ ਪੈ ਗਿਆ, ਪਰ ਉਸ ਦੀ ਗੂੰਜ ਅੱਜ ਵੀ ਬਾਕੀ ਹੈ। ਸਾਮਰਾਜ ਦਾ ਪਤਨ ਕੋਈ ਇੱਕ ਦਿਨ ਵਿੱਚ ਨਹੀਂ ਹੋਇਆ। ਇਹ ਇੱਕ ਲੰਬੀ ਤੇ ਹੌਲੀ ਪ੍ਰਕਿਰਿਆ ਸੀ। ਇਸ ਦੀ ਸ਼ੁਰੂਆਤ 1707 ਵਿੱਚ ਹੋਈ, ਜਦੋਂ ਆਖਰੀ ਤਾਕਤਵਰ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਹੋਈ ਤੇ ਗੱਦੀ ਲਈ ਖਾਨਾਜੰਗੀ ਛਿੜ ਪਈ। ਫਿਰ 1739 ਵਿੱਚ ਈਰਾਨ ਦੇ ਨਾਦਰ ਸ਼ਾਹ ਨੇ ਦਿੱਲੀ ਨੂੰ ਬੁਰੀ ਤਰ੍ਹਾਂ ਲੁੱਟਿਆ। 1750 ਆਉਂਦੇ-ਆਉਂਦੇ ਮਰਾਠੇ, ਸਿੱਖ ਤੇ ਨਵਾਬ ਵਰਗੀਆਂ ਖੇਤਰੀ ਤਾਕਤਾਂ ਨੇ ਆਪਣੇ-ਆਪਣੇ ਰਾਜ ਕਾਇਮ ਕਰ ਲਏ ਸਨ ਤੇ ਆਖਰੀ ਕਿਲ ਠੋਕਿਆ 1857 ਵਿੱਚ, ਜਦੋਂ ਆਜ਼ਾਦੀ ਦੀ ਪਹਿਲੀ ਲੜਾਈ ਤੋਂ ਬਾਅਦ ਅੰਗਰੇਜ਼ਾਂ ਨੇ ਆਖਰੀ ਮੁਗਲ ਬਾਦਸ਼ਾਹ ਨੂੰ ਗੱਦੀ ਤੋਂ ਹਟਾ ਦਿੱਤਾ ਤੇ ਇਸ ਸਾਮਰਾਜ ਦਾ